ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ ਕਰਦੇ ਹਾਂ। ਆਪ ਸਾਨੂੰ ਨਿਤ ਪ੍ਰਤੀ ਦਿਨ ਆਪਣਾ ਜੀਵਨ ਦੇ ਕੇ ਸਾਨੂੰ ਜੀਵੰਤ ਕਰਦੇ ਹੋ ਕਿ ਇਸ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਤੇਰੀ ਮਹਿਮਾ, ਤੇਰੀ ਵਡਿਆਈ ਹੋ ਸਕੇ ਅਤੇ ਤੇਰਾ ਹੀ ਨਾਮ ਉੱਚਾ ਹੋ ਸਕੇ। ਜੋ ਅੱਜ ਅਸੀਂ ਤੇਰੇ ਵਚਨ ਨੂੰ ਪਰਮੇਸ਼ਰ ਦਾ ਮਨਨ ਕਰਨ ਜਾ ਰਹੇ ਹਾਂ, ਉਸ ਵਚਨ ਦੇ ਨਾਲ ਸਾਨੂੰ ਆਪ ਦੀ ਭਗਤੀ ਕਰਦਿਆਂ ਹੋਇਆਂ, ਆਪ ਦੇ ਪਰਮੇਸ਼ਰ ਪਿਤਾ ਜਿਉਂਦੀ ਆਸ ਦੇ ਵਿੱਚ ਵਧਦਿਆਂ ਹੋਇਆਂ, ਆਪ ਦੇ ਨਾਮ ਨੂੰ ਪਰਮੇਸ਼ਰ ਪਿਤਾ ਉੱਚਾ ਕਰਦਿਆਂ ਹੋਇਆਂ ਪਰਮੇਸ਼ਰ ਪਿਤਾ ਆਪ ਵਿੱਚ ਪਾਏ ਜਾਣ ਦੇ ਲਈ ਮਦਦ ਕਰ, ਤਾਂ ਕਿ ਆਪ ਦੇ ਨਾਮ ਦੀ ਮਹਿਮਾ, ਆਪ ਦੇ ਨਾਮ ਦੀ ਵਡਿਆਈ ਹੋ ਸਕੇ। ਇਹ ਵਚਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸਾਡੀ ਉન્નਤੀ ਔਰ ਸਾਡੇ ਪਰਮੇਸ਼ਰ ਦਾ ਜੀਵਨ ਦੇ ਵਿੱਚ ਆਪ ਦੇ ਵਿੱਚ ਵਧਣਾ ਹੋ ਸਕੇ। ਅਜਿਹਾ ਹੋਣ ਦੇ ਲਈ ਮਦਦ ਕਰ। ਬੋਲਣ ਵਾਲੇ ਨੂੰ ਅਤੇ ਸੁਣਨ ਵਾਲੇ ਨੂੰ ਦੋਨਾਂ ਨੂੰ ਆਪਣੀ ਤੌਫੀਕ ਦੇ। ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਿਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਦੂਸਰਾ ਕਰੰਥੀਆਂ 5 ਅਧਿਆਏ ਉਸ ਦਾ 14 ਤੇ 15 ਆਇਤਾਂ ਦੇ ਵਿੱਚੋਂ ਲਿਆ ਹੈ। ਮੈਂ ਉਸ ਨੂੰ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ, ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਾਈ ਇੱਕ ਸਭਨਾ ਨਹੀਂ ਮੋਇਆ, ਇਸ ਕਰਕੇ ਸਭੇ ਮੋਏ, ਅਤੇ ਸਭਨਾ ਦੇ ਲਈ ਮੋਇਆ। ਭਾਈ ਜਿਹੜੇ ਜਿਉਂਦੇ ਹਨ ਉਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹਦੇ ਲਈ ਜਿਉਣ ਜਿਹੜਾ ਉਹਨਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ। ਪਿਆਰਿਆ ਜੀ, ਜਦੋਂ ਅਸੀਂ ਇਹ ਵਚਨ ਪੜ੍ਹ ਰਹੇ ਹਾਂ ਤਾਂ ਇਹਦੇ ਵਿੱਚ ਪੌਲਸ ਰਸੂਲ ਜੋ ਹੈ ਉਹ ਸਾਨੂੰ ਮਸੀਹ ਦੇ ਜਿਉਂਦੇ ਵਿਸ਼ਵਾਸ ਦੇ ਬਾਰੇ ਪ੍ਰਗਟ ਕਰਦਾ ਹੈ। ਪੌਲਸ ਰਸੂਲ ਜਦੋਂ ਇਹ ਗੱਲ ਕਰ ਰਿਹਾ ਹੈ ਵਿਵਸ਼ ਹੋਣ ਦੀ, ਤਾਂ ਇਸ ਵਿੱਚ ਸਾਨੂੰ ਐਂ ਲੱਗਦਾ ਹੈ ਕਿ ਜਦੋਂ ਪੌਲਸ ਰਸੂਲ ਇੱਕ ਅੱਛਾ ਅਤੇ ਇੱਕ ਸੁੰਦਰ ਜੀਵਨ ਜੀ ਰਿਹਾ ਸੀ ਤਾਂ ਉਸ ਦੇ ਨਾਲ ਬਹੁਤ ਸਾਰੇ ਲੋਕ ਉਸ ਦੇ ਖਿਲਾਫ ਵੀ ਸੀ, ਪਰ ਫਿਰ ਵੀ ਉਹ ਮਸੀਹ ਦਾ ਪ੍ਰੇਮ ਸਭਨਾਂ ਦੇ ਲਈ ਪ੍ਰਗਟ ਕਰਨ ਦੇ ਲਈ ਵਿਵਸ਼ ਸੀ। ਕਾਰਨ ਹੈ ਉਸਦਾ, ਇੱਕ ਕਾਰਨ ਹੈ, ਔਰ ਇਸ ਕਾਰਨ ਦੇ ਵਿੱਚ ਮੈਂ ਵਿਸ਼ਾ ਲਿਆ ਹੈ ਮਸੀਹ ਦਾ ਪਿਆਰ। ਮਸੀਹ ਦਾ ਪਿਆਰ। ਔਰ ਪੌਲਸ ਆਪਣੇ ਇਸ ਜੀਵਨ ਦੇ ਰਾਹੀਂ ਮਸੀਹ ਦੇ ਪਿਆਰ ਨੂੰ ਪ੍ਰਗਟ ਕਰ ਰਿਹਾ ਹੈ। ਮੈਂ ਜੇ ਇਸ ਖੰਡ ਨੂੰ ਪੜ੍ਹਾਂ ਤਾਂ ਇਹ ਵਿਵਹਾਰਿਕ ਅਤੇ ਪ੍ਰੈਕਟੀਕਲ ਔਰ ਸਿਧਾਂਤਿਕ ਹਿੱਸਾ ਹੈ, ਜਿਸ ਵਿੱਚ ਪੌਲਸ ਰਸੂਲ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਹੈ। ਕੋਈ ਵੀ ਜਿਹੜਾ ਰਸੂਲ ਦੇ ਜੀਵਨ ਦਾ ਮਨਨ ਕਰਦਾ ਹੈ ਉਹ ਅਚਰਜ ਦੇ ਕਾਰਨ ਅਸਫਲ ਨਹੀਂ ਹੋ ਸਕਦਾ। ਕਿਹੜੀ ਗੱਲ ਹੈ ਉਸ ਨੂੰ ਇਹਨਾਂ ਅਣਥਕ ਅਤੇ ਨਿਸਵਾਰਥ ਬਣਾਇਆ ਸੀ? ਕਿਹੜੀ ਗੱਲ ਹੈ ਜਿਹਨੇ ਉਸ ਨੂੰ ਨਿਸਵਾਰਥ ਬਣਾਤਾ ਅਤੇ ਅਣਥਕ, ਮਤਲਬ ਕਿ ਉਹ ਥੱਕਦਾ ਹੀ ਨਹੀਂ ਸੀ। ਮਸੀਹ ਦੇ ਪਿਆਰ ਦੇ ਲਈ ਹਮੇਸ਼ਾ ਦਿਨ ਰਾਤ ਪੱਤਰੀ ਦੇ ਵਿੱਚ ਤਾਂ ਇਹ ਵੀ ਕਹਿੰਦਾ ਹੈ ਕਿ ਮੈਨੂੰ ਦਿਨ ਰਾਤ ਸਭਨਾ ਕਲੀਸਿਆਂ ਦੀ ਚਿੰਤਾ ਵੀ ਸਤਾਉਂਦੀ ਹੈ। ਦੇਖੋ ਕਿੰਨਾ ਵੱਡਾ ਮਸੀਹ ਦਾ ਪਿਆਰ ਉਹ ਪ੍ਰਗਟ ਕਰ ਰਿਹਾ ਹੈ। ਜਦੋਂ ਅਸੀਂ ਅੰਜੀਲ ਨੂੰ, ਭਾਵ ਖੁਸ਼ਖਬਰੀ ਨੂੰ ਜਦੋਂ ਪੜ੍ਹਦੇ ਹਾਂ, ਚਾਰਾਂ ਅੰਜੀਲਾਂ ਨੂੰ ਧਿਆਨ ਦੇ ਨਾਲ, ਤਾਂ ਸਾਨੂੰ ਮਸੀਹ ਯਿਸੂ ਦਾ ਪ੍ਰੇਮ, ਇਹੋ ਜਿਹਾ ਪ੍ਰੇਮ ਕਿਤੇ ਵੀ ਵਿਖਾਈ ਨਹੀਂ ਦਿੰਦਾ ਜਿਹੜਾ ਕਿਸੇ ਨੇ ਪਾਪੀ ਮਨੁੱਖ ਦੇ ਨਾਲ ਕੀਤਾ ਹੋਵੇ। ਔਰ ਇਹ ਪਰਮੇਸ਼ਵਰ ਦੀ ਉਹ ਯੋਜਨਾ ਸਾਨੂੰ ਪ੍ਰਗਟ ਕਰਦੀ ਹੈ ਜਿਹੜੀ ਕਿ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਉਸ ਵਿਧਾਨ ਨੂੰ ਪ੍ਰਗਟ ਕਰਦੀ ਹੈ ਜਿਹੜੀ ਮੇਰੇ ਅਤੇ ਆਪ ਦੇ ਲਈ ਤਿਆਰ ਕੀਤੀ ਗਈ। ਕੀ ਅਸੀਂ ਸਮਝਦੇ ਹਾਂ ਕਿ ਮਸੀਹ ਦਾ ਪਿਆਰ ਮੈਨੂੰ ਬੇਵਸ਼ ਕਿਉਂ ਕਰ ਰਿਹਾ ਹੈ? ਪੌਲਸ ਨੂੰ ਅਣਥਕ ਕਿਉਂ ਨਹੀਂ ਕਰਦਾ ਹੈ? ਔਰ ਪੌਲਸ ਨਿਸਵਾਰਥ ਕਿੱਦਾਂ ਹੋ ਗਿਆ ਹੈ? ਪੌਲਸ ਤੇ ਇਸ ਵਚਨ ਦੇ ਆਧਾਰ ਨੂੰ ਜਿਸਲੇ ਅਸੀਂ ਉਸ ਦੀ ਜੀਵਨੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਸਭ ਕੁਝ ਪਤਾ ਲੱਗਦਾ ਹੈ। ਪੌਲਸ ਪਰਮੇਸ਼ਵਰ ਦੇ ਪ੍ਰਤੀ ਅਣਖੀ ਸੀ, ਬਚਪਨ ਤੋਂ ਅਣਖੀ ਸੀ।
ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਜਦੋਂ ਅਸੀਂ ਰਸੂਲਾਂ ਦੇ ਕਰਤੱਵ 22 ਅਧਿਆਏ ਦੇ ਵਿੱਚ ਉਸ ਦੀ ਜੀਵਨੀ ਬਾਰੇ ਪੜ੍ਹਦੇ ਹਾਂ, ਜਦੋਂ ਅਸੀਂ ਰਸੂਲਾਂ ਦੇ ਕਰਤੱਵ 9 ਅਧਿਆਏ ਦੇ ਵਿੱਚ ਉਸ ਦੇ ਬਾਰੇ ਪੜ੍ਹਦੇ ਹਾਂ, ਔਰ ਜਦੋਂ ਗਲਾਤੀਆਂ ਦੀ ਪੁਸਤਕ ਦੇ ਵਿੱਚ ਉਸ ਦੀ ਜੀਵਨੀ ਦੇ ਬਾਰੇ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਪੌਲਸ ਕਿਸ ਤਰ੍ਹਾਂ ਪਰਮੇਸ਼ਰ ਦੇ ਪ੍ਰਤੀ ਅਣਖੀ ਸੀ। ਔਰ ਜਦੋਂ ਪੌਲਸ ਨੂੰ ਪਰਮੇਸ਼ਰ ਦਾ ਅਸਲੀ ਪ੍ਰੇਮ ਜੋ ਮਸੀਹ ਯਸੂ ਦੇ ਵਿੱਚ ਸਿੱਧ ਹੁੰਦਾ ਹੋਇਆ ਵਿਖਾਈ ਦਿੱਤਾ, ਤਾਂ ਉਹ ਕਦੇ ਵੀ ਉਸ ਪ੍ਰੇਮ ਤੋਂ ਪਿੱਛੇ ਨਹੀਂ ਹਟਿਆ। ਔਰ ਨਾ ਉਸਦੇ ਜੀਵਨ 'ਚ ਮੈਂ ਕਿਤੇ ਥਕਾਵਟ ਸ਼ਬਦ ਦੇਖਿਆ ਹੈ, ਨਾ ਕਦੇ ਮੈਂ ਉਸਦੇ ਜੀਵਨ 'ਚ ਸਵਾਰਥਪਨ ਦੇਖਿਆ ਹੈ। ਅੱਜ ਬਹੁਤ ਸਾਰੇ ਪ੍ਰਚਾਰਕ, ਬਹੁਤ ਸਾਰੇ ਪਰਮੇਸ਼ਰ ਦੇ ਵਿਸ਼ਵਾਸੀ ਜਨ, ਬਹੁਤ ਸਾਰੇ ਅਜਿਹੇ ਲੋਕ ਜਿਹੜੇ ਕਿ ਹਮੇਸ਼ਾ ਸਵਾਰਥ ਦੇ ਨਾਲ ਜੀਵਨ ਜੀ ਰਹੇ ਆ। ਅਗਰ ਚਰਚ ਦੇ ਵਿੱਚ ਵੀ ਜਾ ਰਹੇ ਆ ਤਾਂ ਉਹਨਾਂ ਦਾ ਸਵਾਰਥ ਹੈ, ਅਗਰ ਕਿਸੇ ਭਾਈ ਭੈਣ ਦੇ ਨਾਲ ਵੀ ਮਿਲ ਰਹੇ ਆ ਤਾਂ ਵੀ ਸਵਾਰਥ ਹੈ। ਪਰਮੇਸ਼ਰ ਦੀ ਇਸ ਸੇਵਾ ਨੂੰ ਪੌਲਸ ਨੇ ਉਸ ਪ੍ਰੇਮ ਦੇ ਨਾਲ ਜੋ ਕਲਵਰੀ ਕਰੂਸ ਦੇ ਉੱਤੇ ਮੇਰੇ ਲਈ ਨਿਸਵਾਰਥ ਡੋਲਿਆ ਗਿਆ, ਉਸ ਨਿਸਵਾਰਥ ਪ੍ਰੇਮ ਨੂੰ ਉਸਨੇ ਆਪਣੇ ਦਿਲ ਵਿੱਚ, ਇਸੇ ਕਰਕੇ ਤਾਂ ਰੋਮੀਆਂ 5 ਦੇ ਵਿੱਚ ਕਹਿੰਦਾ ਹੈ ਕਿ ਇਹ ਪਰਮੇਸ਼ਰ ਦਾ ਪ੍ਰੇਮ ਸਾਡੇ ਦਿਲਾਂ ਦੇ ਵਿੱਚ ਮਸੀਹ ਯਸੂ ਦੇ ਰਾਹੀਂ ਡੋਲਿਆ ਗਿਆ। ਇਹ ਕੋਈ ਆਮ ਗੱਲ ਨਹੀਂ ਕਰ ਰਿਹਾ ਹੋ। ਇਹਦੇ ਵਿੱਚ ਸਭ ਤੋਂ ਪਹਿਲਾਂ ਸਰਵਪ੍ਰਥਮ ਅਸੀਂ ਇਹ ਦੇਖਦੇ ਹਾਂ ਕਿ ਪੌਲਸ ਨੇ ਆਪਣੇ ਜੀਵਨ ਦੇ ਵਿੱਚ ਜਾਣ ਲਿਆ ਕਿ ਸੱਚਾ ਪਰਮੇਸ਼ਰ ਕੌਣ ਹੈ। ਸੱਚਾ ਪਰਮੇਸ਼ਰ ਹੀ ਮਨੁੱਖਤਾ ਦੇ ਨਾਲ ਪਿਆਰ ਕਰ ਸਕਦਾ ਹੈ। ਸੱਚਾ ਪਰਮੇਸ਼ਰ ਹੀ ਮਨੁੱਖਤਾ ਨੂੰ ਬਚਾਉਣ ਦੇ ਲਈ ਯੋਜਨਾ ਤਿਆਰ ਕਰ ਸਕਦਾ ਹੈ। ਸੱਚਾ ਪਰਮੇਸ਼ਰ ਹੀ ਮਨੁੱਖਤਾ ਦੇ ਨਾਲ ਸੱਚਾ ਪਿਆਰ ਕਰ ਸਕਦਾ ਹੈ। ਸੱਚਾ ਪਰਮੇਸ਼ਰ ਹੀ ਮਨੁੱਖਾਂ ਦੇ ਲਈ ਤਿਆਗ ਕਰ ਸਕਦਾ ਹੈ। ਸੱਚਾ ਪਰਮੇਸ਼ਰ ਹੀ ਮਨੁੱਖਾਂ ਦੇ ਲਈ ਬਲੀਦਾਨ ਦੇ ਸਕਦਾ ਹੈ। ਪੌਲਸ ਸਮਝ ਗਿਆ ਸੀ ਇਹ ਗੱਲਾਂ ਅਸੀਂ ਕਰਦੇ ਹਾਂ। ਮੈਂ ਨਿਤ ਅਸੈਂਬਲੀ ਦੇ ਵਿੱਚ ਇਸ ਚੀਜ਼ ਦਾ ਪ੍ਰਚਾਰ ਕਰਦਾ ਹਾਂ। ਜਿਹੜੇ ਲੋਕ ਤਾਂ ਸਮਝ ਜਾਂਦੇ ਆ ਉਹ ਤਾਂ ਪਰਮੇਸ਼ਰ ਕੋਲੋਂ ਆਸ਼ੀਸ਼ ਪਾਉਂਦੇ ਹਾਂ। ਜਿਹੜੇ ਲੋਕ ਨਹੀਂ ਸਮਝਦੇ ਉਹ ਆਪਣੇ ਜੀਵਨ ਦੇ ਵਿੱਚ ਮਸੀਹ ਦੇ ਪ੍ਰੇਮ ਦੀ ਆਸ਼ੀਸ਼ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਆ। ਕਾਰਨ ਕਿਉਂਕਿ ਉਹਨਾਂ ਦੇ ਦਿਲਾਂ ਦੇ ਵਿੱਚ ਪਰਮੇਸ਼ਰ ਦਾ ਜੋ ਪ੍ਰੇਮ ਹੈ, ਜੋ ਨਿਸਵਾਰਥਤਾ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰੇ ਲਈ ਡੋਲਿਆ ਗਿਆ, ਉਸ ਨੂੰ ਉਹ ਸਮਝੇ ਨਹੀਂ। ਉਸ ਨੂੰ ਕਿਸ ਚੀਜ਼ ਦੇ ਨਾਲ ਸੋਚ ਰਹੇ ਆ? ਸ਼ਾਰੀਰਿਕ ਅਵਸਥਾ ਦੇ ਨਾਲ, ਅਦਭੁਤ ਕੰਮਾਂ ਦੇ ਨਾਲ, ਅਚਰਜ ਦੇ ਕੰਮਾਂ ਦੇ ਨਾਲ ਨਹੀਂ। ਪਿਆਰੋ, ਸਰੀਰ ਦੇ ਵਿੱਚ ਮੈਂ ਪਾਪੀ ਸਾਂ। ਪੌਲਸ ਇਹੀ ਤਾਂ ਗੱਲ ਪ੍ਰਗਟ ਕਰਦਾ ਹੈ। ਸਰੀਰ ਦੇ ਵਿੱਚ ਮੈਂ ਗੁਨਾਹਗਾਰ ਸਾਂ। ਸਰੀਰ ਦੇ ਵਿੱਚ ਮੈਂ ਪਰਮੇਸ਼ਵਰ ਦੇ ਅਗੇਂਸਟ ਸਾਂ। ਕਿਉਂਕਿ ਬਾਬੇ ਆਦਮ ਨੇ ਜੋ ਪਾਪ ਕੀਤਾ ਸੀ ਉਹ ਸਰੀਰ ਦੇ ਵਿੱਚ ਹੋ ਕੇ ਕੀਤਾ। ਉਸ ਨੇ ਪਰਮੇਸ਼ਵਰ ਦੇ ਦਿੱਤੇ ਹੋਏ ਉਸ ਸਾਹ ਨੂੰ, ਪਰਮੇਸ਼ਵਰ ਦੇ ਦਿੱਤੇ ਹੋਏ ਉਸ ਆਤਮਾ ਨੂੰ ਉਸ ਪਾਪ ਦੇ ਨਾਲ ਦੱਬ ਦਿੱਤਾ, ਗੁਲਾਮੀ ਦੇ ਵਿੱਚ ਪਾ ਦਿੱਤਾ। ਉਹ ਸਰੀਰ ਦਾ ਗੁਲਾਮ ਬਣ ਗਿਆ, ਆਤਮਾ ਦਾ ਨਹੀਂ। ਸਰੀਰ ਹਮੇਸ਼ਾ ਆਰਾਮ ਨੂੰ ਭਾਲਦਾ ਹੈ। ਸਰੀਰ ਹਮੇਸ਼ਾ ਸੰਸਾਰ ਦੀਆਂ ਵਸਤਾਂ ਨੂੰ ਲੋਚਦਾ ਹੈ। ਸਰੀਰ ਸੰਸਾਰ ਦੇ ਕੰਮਾਂ ਦੇ ਨਾਲ ਖੁਸ਼ ਰਹਿੰਦਾ ਹੈ। ਸਰੀਰ ਖਾਣ ਪੀਣ ਦੇ ਨਾਲ ਆਪਣੇ ਆਪ ਦੇ ਵਿੱਚ ਲੱਗਾ ਰਹਿੰਦਾ ਹੈ। ਪਰ ਆਤਮਾ ਇਸ ਚੀਜ਼ ਦੀ ਲੋਚ ਨਹੀਂ ਕਰਦਾ। ਆਤਮਾ ਕਿਸ ਚੀਜ਼ ਦੀ ਲੋਚ ਕਰਦਾ ਹੈ? ਪਰਮੇਸ਼ਰ ਦੀ। ਇਸੇ ਕਰਕੇ ਤਾਂ ਪੌਲਸ ਕਹਿੰਦਾ ਹੈ ਕਿ ਪਰਮੇਸ਼ਰ ਦਾ ਪ੍ਰੇਮ ਸਾਨੂੰ ਵਿਵਸ਼ ਕਰ ਲੈਂਦਾ ਹੈ। ਕਿਉਂ ਵਿਵਸ਼ ਕਰ ਲੈਂਦਾ ਹੈ? ਕਾਹਤੇ ਵਿਵਸ਼ ਕਰ ਲੈਂਦਾ ਹੈ? ਮੈਂ ਉਸ ਨੂੰ, ਕਿਉਂਕਿ ਪੌਲਸ ਰਸੂਲ ਨੇ ਆਪਣੇ ਜੀਵਨ ਦੇ ਵਿੱਚ ਸ਼ਰ੍ਹਾਂ ਨੂੰ, ਵਿਵਸਥਾ ਨੂੰ ਚੰਗੀ ਤਰ੍ਹਾਂ ਸਿੱਖਿਆ ਸੀ। ਉਹ ਆਪਣੀ ਗਵਾਹੀ ਦੇ ਵਿੱਚ ਕਹਿੰਦਾ ਹੈ। ਜਦੋਂ ਅਸੀਂ ਯਸ਼ਾਇਆ ਦੀ ਪੁਸਤਕ ਉਸ ਦਾ 53 ਅਧਿਆਏ ਉਸ ਦੀ 6 ਆਇਤ ਨੂੰ ਪੜ੍ਹਦੇ ਹਾਂ, ਜਿੱਥੇ ਪੌਲਸ ਰਸੂਲ ਪਰਮੇਸ਼ਰ ਦੇ ਪ੍ਰੇਮ ਦੀ ਅਤੇ ਪਰਮੇਸ਼ਰ ਦੇ ਕੀਤੇ ਹੋਏ ਕੁਰਬਾਨੀ ਦੀ ਗੱਲ ਬੜੇ ਸਾਫ਼ ਰੀਤੀ ਨਾਲ ਕਰਦਾ ਹੈ। ਮੈਂ ਉਸ ਨੂੰ ਆਪ ਦੇ ਲਈ ਪੜ੍ਹਨ ਜਾ ਰਿਹਾ। 53 ਦਾ 6 ਇੱਥੇ ਕਹਿੰਦਾ ਹੈ, ਅਸੀਂ ਤਾਂ ਸਭ ਦੇ ਸਭ ਭੇਡਾਂ ਦੀ ਤਰ੍ਹਾਂ ਭਟਕ ਗਏ ਸੀ। ਅਸੀਂ ਸਾਡੇ ਵਿੱਚੋਂ ਹਰ ਇੱਕ ਨੇ ਆਪਣਾ ਆਪਣਾ ਰਾਹ ਲਿਆ ਸੀ ਅਤੇ ਯਹੋਵਾ ਨੇ ਸਾਡੇ ਸਭਾਂ ਦੇ ਅਧਰਮ ਦਾ
ਬੋਝ ਉਸ ਉੱਤੇ ਲੱਦ ਦਿੱਤਾ। ਕਿਸ ਉੱਤੇ? ਪ੍ਰਭੂ ਯਿਸੂ ਮਸੀਹ ਤੇ, ਕਿ ਅਸੀਂ ਸਰੀਰ ਦੇ ਕੰਮ ਤੋਂ ਬਚ ਜਾਈਏ, ਸਰੀਰ ਦੇ ਬੋਝ ਤੋਂ ਅਸੀਂ ਮੁਕਤ ਹੋ ਜਾਈਏ। ਉਹ ਬੋਝ ਜਿਹੜਾ ਸੀ ਮੇਰੇ ਲਈ ਪਰਮੇਸ਼ਵਰ ਨੇ ਅਜਿਹਾ ਦਿੱਤਾ ਹੋਇਆ ਸੀ ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ। ਪਰਮੇਸ਼ਵਰ ਦਾ ਬੋਝ ਬੜਾ ਹੀ ਅਦਭੁਤ ਪ੍ਰੇਮ ਦਾ ਬੋਝ ਸੀ, ਜਿਸ ਵਿੱਚ ਪਰਮੇਸ਼ਵਰ ਦਾ ਪ੍ਰੇਮ ਮਸੀਹ ਯਸੂ ਦੇ ਉੱਤੇ ਪ੍ਰਗਟ ਕੀਤਾ ਗਿਆ। ਪਰਮੇਸ਼ਵਰ ਦਾ ਪ੍ਰੇਮ ਕਿਹਦੇ ਲਈ? ਮਨੁੱਖ ਜਾਤੀ ਦੇ ਲਈ। ਪੌਲੁਸ ਇਹ ਸਮਝਦਾ ਸੀ ਕਿ ਮਸੀਹ ਮਨੁੱਖ ਹੈ, ਪਰ ਜਦੋਂ ਉਸ ਉੱਤੇ ਮਸੀਹ ਦਾ ਪ੍ਰਕਾਸ਼ ਹੋਇਆ ਤਾਂ ਉਸਨੇ ਜਾਣ ਲਿਆ ਕਿ ਮਸੀਹ ਪਰਮੇਸ਼ਰ ਹੈ ਅਤੇ ਪਰਮੇਸ਼ਰ ਨੇ ਆਪਣਾ ਪ੍ਰੇਮ ਉਸ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਪ੍ਰਗਟ ਕੀਤਾ ਹੈ। ਜਿਸ ਦੇ ਅਸੀਂ ਲਾਇਕ ਨਹੀਂ ਸੀ, ਜਿਸ ਦੇ ਅਸੀਂ ਯੋਗ ਨਹੀਂ ਸੀ, ਉਹ ਪਰਮੇਸ਼ਰ ਦੀ ਕਿਰਪਾ ਮਸੀਹ ਯਸੂ ਦੇ ਰਾਹੀਂ ਉਸ ਦੇ ਅਸੀਮਿਤ ਅਗਾਪੇ ਪ੍ਰੇਮ ਦੇ ਵਿੱਚ ਪ੍ਰਗਟ ਹੋਈ ਹੈ। ਇਹ ਛੋਟੀ ਗੱਲ ਨਹੀਂ ਹੈ, ਇਹ ਕੋਈ ਬੜੀ ਗੱਲ ਨਹੀਂ ਹੈ। ਅਸੀਂ ਇਸ ਗੱਲ ਨੂੰ ਸਮਝਣਾ ਹੈ ਕਿ ਪਰਮੇਸ਼ਵਰ ਨੇ ਆਪਣਾ ਪ੍ਰੇਮ ਮਸੀਹ ਯਸੂ ਦੇ ਰਾਹੀਂ ਪ੍ਰਗਟ ਕੀਤਾ। ਜਦੋਂ ਅਸੀਂ ਪਾਪੀ ਹੀ ਸਾਂ ਤਾਂ ਠੀਕ ਐਨ ਵੇਲੇ ਉੱਤੇ ਮਸੀਹ ਸਾਡੇ ਲਈ ਮਾਰਿਆ ਗਿਆ। ਰੋਮੀਆਂ 5 ਦੇ ਵਿੱਚ ਕਹਿੰਦਾ ਹੈ, ਰੋਮੀਆਂ 5 ਦੇ ਵਿੱਚ ਉਹ ਦੱਸਦਾ ਹੈ ਕਿ ਪਰਮੇਸ਼ਰ ਦਾ ਪ੍ਰੇਮ ਮੇਰੇ ਉੱਤੇ ਕਿਸ ਤਰ੍ਹਾਂ ਪ੍ਰਗਟ ਕੀਤਾ ਗਿਆ। ਦੂਸਰੀ ਗੱਲ ਅਸੀਂ ਦੇਖਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੇ ਪ੍ਰੇਮ ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰੇਮ ਪਰਮੇਸ਼ਰ ਦਾ ਦਾਸ ਯੋਹੰਨਾ, ਜਦੋਂ ਅਸੀਂ ਉਸ ਦੀ ਪਹਿਲੀ ਪੱਤਰੀ ਅਤੇ ਉਸ ਦਾ 2 ਅਧਿਆਏ 1 ਅਤੇ 2 ਆਇਤ ਪੜ੍ਹਦੇ ਹਾਂ ਤਾਂ ਇਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ। ਕਹਿੰਦਾ, ਹੇ ਮੇਰੇ ਬੱਚਿਓ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ, ਭਾਈ ਤੁਸੀਂ ਪਾਪ ਨਾ ਕਰੋ, ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਅਰਥਾਤ ਪ੍ਰਭੂ ਯਿਸੂ ਮਸੀਹ ਜੋ ਧਰਮੀ ਹੈ। ਇੱਕ ਸਹਾਇਕ ਦਾ ਮਤਲਬ ਪ੍ਰਭੂ ਯਿਸੂ ਮਸੀਹ। ਇੱਥੇ ਯੋਹੰਨਾ ਇਹ ਦੱਸ ਰਿਹਾ, ਔਰ ਦੂਸਰਾ ਯੋਹੰਨਾ ਦੀ ਅੰਜੀਲ ਤੇ ਕਹਿੰਦਾ ਹੈ, ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮੇਰਾ ਜਾਣਾ ਇੱਥੇ ਤੁਹਾਡੇ ਲਈ ਜ਼ਰੂਰੀ ਹੈ। ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਹੀਂ ਆਏਗਾ। ਇਹਦਾ ਮਤਲਬ ਸਹਾਇਕ ਪ੍ਰਭੂ ਯਿਸੂ ਮਸੀਹ ਮੇਰੇ ਕੋਲ ਆਇਆ ਹੈ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ। ਔਰ ਇਹ ਜੋ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਹੈ, ਉਹ ਪਰਮੇਸ਼ਵਰ ਦਾ ਇੱਕ ਸ਼ਬਦ ਜੋ ਬਾਈਬਲ ਹੈ ਉਸ ਦੇ ਵਿੱਚ ਹੈ। ਔਰ ਇਹ ਬਾਈਬਲ ਸਾਡੇ ਨਾਲ ਪਰਮੇਸ਼ਵਰ ਦੇ ਪ੍ਰੇਮ ਦੀ ਗੱਲ ਕਰਦੀ ਹੈ। ਪਰਮੇਸ਼ਵਰ ਦਾ ਪ੍ਰੇਮ ਕੀ ਹੈ, ਪਰਮੇਸ਼ਵਰ ਨੇ ਸਾਡੇ ਨਾਲ ਪ੍ਰੇਮ ਕਿਉਂ ਕੀਤਾ, ਅਤੇ ਪਰਮੇਸ਼ਵਰ ਨੇ ਆਪਣੇ ਪ੍ਰੇਮ ਨੂੰ ਸਾਡੇ ਉੱਤੇ ਕਿੰਜ ਜ਼ਾਹਿਰ ਕੀਤਾ, ਪਰਮੇਸ਼ਵਰ ਦਾ ਪ੍ਰੇਮ ਸਾਡੇ ਵਿੱਚ ਕਿਵੇਂ ਸਿੱਧ ਹੋ ਸਕਦਾ। ਇਹ ਸਭ ਗੱਲਾਂ ਇਸ ਪਰਮੇਸ਼ਰ ਦੇ ਵਚਨ ਦੇ ਵਿੱਚ ਰੇਖਾਂਕਿਤ ਕੀਤੀਆਂ ਗਈਆਂ, ਜਿਸ ਦੇ ਬਾਰੇ ਉਹ ਕਹਿੰਦਾ ਇੱਕ ਧਰਮੀ ਮਸੀਹ ਯਸੂ ਹੈ। ਦੂਸਰੀ ਆਇਤ ਦੇ ਵਿੱਚ ਕਹਿੰਦਾ, ਅਤੇ ਉਹ ਸਾਡਿਆਂ ਪਾਪਾਂ ਦਾ ਪ੍ਰਾਸ਼ਚਿਤ ਹੈ, ਪਰ ਨਿਰੇ ਸਾਡਿਆਂ ਹੈ ਦਾ ਨਹੀਂ, ਸਗੋਂ ਸਾਰੇ ਸੰਸਾਰ ਦਾ, ਜਿਹੜੇ ਸਾਰੇ ਸੰਸਾਰ ਦੇ ਵਿੱਚ ਪਾਪੀ ਹੈ। ਇਹਦਾ ਮਤਲਬ ਪਰਮੇਸ਼ਰ ਦਾ ਪ੍ਰੇਮ ਇਸ ਲਈ ਮੇਰੇ ਜੀਵਨ 'ਚ ਸਿੱਧ ਹੁੰਦਾ ਹੈ ਕਿ ਮੈਂ ਪਾਪੀ ਸਾਂ, ਉਹ ਮੇਰੇ ਪਾਪੀ ਦੇ ਲਈ ਕੋਈ ਜਾਨ ਦੇਣ ਨੂੰ ਤਿਆਰ ਨਹੀਂ ਸੀ, ਮੇਰੇ ਪਾਪੀ ਦੇ ਲਈ ਕੋਈ ਮਰਨ ਨੂੰ ਤਿਆਰ ਨਹੀਂ ਸੀ। ਕੌਣ ਹੈ ਡਾਕੂ ਦੇ ਲਈ, ਕੌਣ ਹੈ ਚੋਰ ਦੇ ਲਈ, ਕੌਣ ਹੈ ਠੱਗ ਦੇ ਲਈ, ਕੌਣ ਹੈ ਆਪਣਾ ਵਿਵਚਾਰੀ ਦੇ ਲਈ ਆਪਣੀ ਜਾਨ ਦੇਵੇ। ਮੇਰੇ ਪ੍ਰਭੂ ਨੇ, ਮੇਰੇ ਪਰਮੇਸ਼ਵਰ ਨੇ ਮੇਰੇ ਲਈ ਆਪਣੇ ਪਿਆਰੇ ਪੁੱਤਰ ਦੇ ਰਾਹੀਂ ਉਹ ਜਾਨ ਦਿੱਤੀ ਹੈ। ਇਸ ਲਈ ਪੌਲਸ ਕਹਿੰਦਾ ਹੈ ਕਿ ਮਸੀਹ ਦਾ ਪ੍ਰੇਮ ਸਾਨੂੰ ਵਿਵਸ਼ ਕਰ ਲੈਂਦਾ ਹੈ। ਕਿਸ ਲਈ ਵਿਵਸ਼ ਕਰ ਲੈਂਦਾ ਹੈ, ਕਾਹਦੇ ਲਈ ਵਿਵਸ਼ ਕਰ ਲੈਂਦਾ ਹੈ? ਕਿ ਅਸੀਂ ਪਰਮੇਸ਼ਵਰ ਦਾ ਪ੍ਰੇਮ ਦੂਸਰਿਆਂ ਤੱਕ ਪਹੁੰਚਾ ਦਈਏ। ਦੂਸਰੇ ਕੌਣ? ਜਿਹੜੇ ਇਸ ਸੰਸਾਰ ਦੇ ਵਿੱਚ ਮਰ ਰਹੇ ਆ। ਦੂਸਰੇ ਕੌਣ? ਜਿਹੜੇ ਮਸੀਹ ਦੇ ਪ੍ਰੇਮ ਨੂੰ ਨਹੀਂ ਜਾਣਦੇ। ਦੂਸਰੇ ਕੌਣ? ਜਿਨ੍ਹਾਂ ਨੂੰ ਹਜੇ ਤੱਕ ਖੁਸ਼ਖਬਰੀ ਦਾ ਪਤਾ ਨਹੀਂ। 15 ਆਇਤ ਦੇ ਵਿੱਚ ਇਹੀ ਕਹਿੰਦਾ ਹੈ। ਜਦੋਂ ਅਸੀਂ ਦੂਸਰਾ ਕਰੰਥੀਆਂ 5:15 ਪੜ੍ਹਦੇ ਹਾਂ ਤਾਂ ਉਸ ਵਿੱਚ ਇਹੋ ਗੱਲ ਤਾਂ ਪੌਲਸ ਕਹਿੰਦਾ ਹੈ, ਕਹਿੰਦਾ ਅਤੇ ਸਭਨਾਂ ਦੇ ਲਈ ਮੋਇਆ ਭਾਈ ਜਿਹੜੇ ਜਿਉਂਦੇ ਹਨ ਉਹ ਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹਦੇ ਲਈ ਜੀਵਨ ਜਿਉਣ, ਉਹਨਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ। ਮੈਨੂੰ ਮਸੀਹ ਦੇ ਲਈ ਜਿਉਣਾ ਹੈ। ਪੌਲਸ ਕਹਿੰਦਾ ਇਸ ਕਰਕੇ ਮੈਨੂੰ ਨੀਂਦ ਨਹੀਂ ਆਉਂਦੀ,
क्यों नींद नहीं आती? क्योंकि बहुत सारे लोग है ਜਿਹੜੇ ਹਜੇ ਤੱਕ ਪਰਮੇਸ਼ਰ ਦੇ ਪ੍ਰੇਮ ਨੂੰ ਨਹੀਂ ਜਾਣ ਸਕੇ, ਪਰਮੇਸ਼ਰ ਦੇ ਪ੍ਰੇਮ ਨੂੰ ਨਹੀਂ ਸਮਝ ਸਕੇ। ਜੇ ਤੁਸੀਂ ਪਰਮੇਸ਼ਰ ਦੇ ਪ੍ਰੇਮ ਨੂੰ ਸਮਝ ਚੁੱਕੇ ਹੋ, ਜੇ ਤੁਸੀਂ ਪਰਮੇਸ਼ਰ ਦੇ ਪ੍ਰੇਮ ਨੂੰ ਜਾਣ ਚੁੱਕੇ ਹੋ, ਜੇ ਤੁਸੀਂ ਪਰਮੇਸ਼ਰ ਦੇ ਪ੍ਰੇਮ ਦੇ ਪ੍ਰਤੀ ਪ੍ਰੇਮ ਕਰਦੇ ਹੋ, ਜੇ ਤੁਸੀਂ ਪਰਮੇਸ਼ਰ ਦੇ ਪ੍ਰੇਮ ਨੂੰ, ਉਸ ਦੇ ਤਿਆਗ ਨੂੰ, ਉਸ ਦੇ ਬਲੀਦਾਨ ਨੂੰ ਆਪਣੇ ਜੀਵਨ ਦੇ ਵਿੱਚ ਜਾਣ ਚੁੱਕੇ ਹੋ, ਤਾਂ ਕਦੇ ਤੁਸੀਂ ਉਸ ਪ੍ਰੇਮ ਨੂੰ ਸੁਣਾਉਣ ਦੇ ਲਈ, ਵੰਡਣ ਦੇ ਲਈ ਅਤੇ ਸਾਰੀ ਦੁਨੀਆ ਦੇ ਵਿੱਚ ਦੱਸਣ ਦੇ ਲਈ ਕਦੇ ਝਿਜਕੋਗੇ ਨਹੀਂ, ਕਦੇ ਸ਼ਰਮਿੰਦਾ ਨਹੀਂ ਹੋਵੋਗੇ। ਕਿਉਂਕਿ ਪਾਪੀ ਦੇ ਲਈ ਕਿਸੇ ਵੀ ਰਿਸ਼ੀ ਮੁਨੀ, ਪਾਪੀ ਦੇ ਲਈ ਕਿਸੇ ਵੀ ਈਸ਼ਵਰ ਨੇ ਇਸ ਦੁਨੀਆ ਦੇ ਵਿੱਚ ਜਾਨ ਨਹੀਂ ਦਿੱਤੀ ਸਿਵਾਏ ਪ੍ਰਭੂ ਯਿਸੂ ਮਸੀਹ। ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿਉਂਕਿ ਮੈਂ ਖੋਜ ਕੀਤੀ ਹੈ। ਮੈਂ ਇਸ ਗੱਲ ਦਾ ਪੂਰੀ ਤਰ੍ਹਾਂ ਨਾਲ ਜਾਣ ਕੇ ਇਹ ਗੱਲ ਆਪਣਾ ਪ੍ਰਤੱਖ ਕੀਤੀ ਹੈ। ਮਨੁੱਖਾਂ ਦੇ ਨਾਲ ਪਿਆਰ ਕਰਨ ਵਾਲਾ ਮਾਤਰ ਇੱਕੋ ਹੀ ਪਰਮੇਸ਼ਰ ਹੈ, ਪ੍ਰਭੂ ਯਿਸੂ ਮਸੀਹ। ਉਹ ਕੀ ਕਹਿੰਦਾ ਹੈ ਜਦੋਂ ਯਹੋਨਾ ਦੀ ਅੰਜੀਲ ਉਸ ਦਾ 15 ਅਧਿਆਏ, ਉਸ ਦੀ ਪਹਿਲਾਂ ਮੈਂ 13 ਆਇਤ ਨੂੰ ਪੜਾਂਗਾ, ਫਿਰ ਉਸ ਤੋਂ ਬਾਅਦ ਯਹੋਨਾ ਦੀ ਅੰਜੀਲ 15 ਅਧਿਆਏ ਉਸ ਦੀ 13 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਹਿੰਦਾ ਹੈ ਇਹ ਤੋਂ ਵੱਧ ਕੇ ਕਿਸੇ ਦਾ ਪਿਆਰ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇਵੇ। ਫਿਰ 14 ਦੇ ਵਿੱਚ ਕਹਿੰਦਾ ਹੈ ਜੇ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ, ਤਾਂ ਤੁਸੀਂ ਮੇਰੇ ਨਾਲ ਪਿਆਰ ਕਰਨ ਵਾਲੇ ਹੋ। ਜੋ ਹੁਕਮ ਹੈ, ਜੋ ਕੰਮ ਤੁਹਾਨੂੰ ਦਿੰਦਾ ਹਾਂ, ਜੇ ਤੁਸੀਂ ਉਹ ਕਰਦੇ ਹੋ, ਇਹਦਾ ਮਤਲਬ ਕਰਨਾ ਕੀ ਹੈ? ਇੱਕ ਦੂਏ ਨਾਲ ਪਿਆਰ। ਬਾਈਬਲ ਦੇ ਵਿੱਚ 13 ਆਇਤ ਦੇ ਵਿੱਚ ਮੈਨੂੰ ਅਤੇ ਆਪ ਨੂੰ ਇੱਕ ਵਰਕ ਦਿੱਤਾ ਗਿਆ। ਕੀ ਵਰਕ ਦਿੱਤਾ ਗਿਆ ਹੈ? ਜਦੋਂ ਮੈਂ 34 ਅਤੇ 35 ਆਇਤ ਪੜ੍ਹਦਾ, ਧਿਆਨ ਨਾਲ ਦੇਖਣਾ ਹੈ। 34 ਅਤੇ 35 ਆਇਤ, ਮਸੀਹ ਦਾ ਪ੍ਰੇਮ ਜਿਹੜਾ ਮੇਰੇ ਵਿੱਚ ਵਸਿਆ ਹੋਇਆ ਹੈ, ਮੈਂ ਉਸ ਪਿਆਰ ਦੇ ਨਾਲ ਕੀ ਕਰਨਾ ਹੈ। ਇੱਥੇ ਕੀ ਕਹਿ ਰਿਹਾ ਪ੍ਰਭੂ ਯਿਸੂ ਮਸੀਹ? ਕਹਿੰਦਾ ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨਾਲ ਪਿਆਰ ਕਰੋ, ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸ ਤੋਂ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ। ਯੂ ਆਰ ਮਾਈ ਡਿਸਾਈਪਲ। ਪਰਮੇਸ਼ਰ ਸਵੈਂ ਗਵਾਹੀ ਦੇਗਾ, ਯਿਸੂ ਮਸੀਹ ਮੇਰੇ ਬਾਰੇ ਦੱਸੇਗਾ ਕਿ ਇਹ ਮੇਰਾ ਸੱਚਾ ਚੇਲਾ ਹੈ, ਇਹ ਮੇਰਾ ਸੱਚਾ ਮਿੱਤਰ ਹੈ। ਇਹ ਉਹ ਮਿੱਤਰ ਹੈ ਜਿਹੜਾ ਮੇਰੇ ਪ੍ਰੇਮ ਦਾ ਕਰਜ਼ ਇਸ ਦੁਨੀਆ ਦੇ ਵਿੱਚ ਹਰ ਇੱਕ ਨੂੰ ਜਿਹੜਾ ਨਹੀਂ ਜਾਣਦਾ ਉਹਨੂੰ ਦੱਸ ਰਿਹਾ ਹੈ। ਪੌਲਸ ਇਹੀ ਤਾਂ ਕਰਦਾ ਰਿਹਾ ਮਰਦੇ ਦਮ ਤੱਕ, ਅੰਤ ਤੱਕ ਉਹ ਇਹੀ ਕੰਮ ਤਾਂ ਕਰਦਾ ਰਿਹਾ ਕਿ ਅਸੀਂ ਉਸ ਮਸੀਹ ਦੇ ਪਿਆਰ ਨੂੰ, ਜਿਸ ਦੇ ਲਈ ਪੌਲਸ ਕਹਿੰਦਾ ਮੈਂ ਵਿਵਸ਼ ਹਾਂ, ਮੈਂ ਮਜਬੂਰ ਹਾਂ ਮਸੀਹ ਦੀ ਇਸ ਖੁਸ਼ਖਬਰੀ ਨੂੰ ਸੁਣਾਉਣ ਦੇ ਲਈ। ਕਿਉਂ? ਕਿਉਂਕਿ ਇਹਦਾ ਰਿਣ ਮੈਂ ਮਰਦੇ ਦਮ ਤੱਕ ਨਹੀਂ ਚੁਕਾ ਸਕਦਾ। ਪਾਪੀ ਦੇ ਲਈ ਕੋਈ ਜਾਨ ਨਹੀਂ। ਮੈਂ ਆਪਣੇ ਆਪ ਪਾਪ ਤੋਂ ਬਚ ਨਹੀਂ ਸੀ ਸਕਦਾ। ਮੇਰੇ ਚੰਗੇ ਕੰਮ ਮੈਨੂੰ ਪਾਪ ਤੋਂ ਬਚਾ ਨਹੀਂ ਸੀ ਸਕਦੇ। ਚਾਹੇ ਮੈਂ ਕਿਸੇ ਨੂੰ ਆਟਾ ਦਿੰਦਾ, ਚਾਹੇ ਮੈਂ ਕਿਸੇ ਨੂੰ ਪੈਸਾ ਦਿੰਦਾ, ਚਾਹੇ ਮੈਂ ਕਿਸੇ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਭਲਾਈ ਕਰਦਾ, ਚਾਹੇ ਕਿਸੇ ਨੂੰ ਮੈਂ ਮੌਤ ਦੇ ਵਿੱਚੋਂ ਕੱਢ ਕੇ ਲਿਆਉਂਦਾ, ਪਰ ਮੇਰੇ ਚੰਗੇ ਕੰਮ ਕਦੇ ਵੀ ਮੈਨੂੰ ਬਚਾ ਨਹੀਂ ਸਕਦੇ ਸਿਵਾਏ ਮਸੀਹ ਯਿਸੂ ਤੋਂ। ਕਿਉਂਕਿ ਮੈਂ ਬਾਬੇ ਆਦਮ ਤੋਂ ਆਤਮਿਕ ਮੌਤ ਵਿੱਚ ਬੱਧਾ ਹੋਇਆ ਸਾਂ, ਆਤਮਿਕ ਮੌਤ 'ਚ ਬੱਧਾ ਹੋਇਆ ਸਾਂ। ਇੱਕ ਮਨੁੱਖ ਦੇ ਕਾਰਨ ਮੌਤ ਇਸ ਦੁਨੀਆ ਦੇ ਵਿੱਚ ਆਈ ਹੈ। ਇੱਕ ਮਨੁੱਖ ਨੇ ਪਾਪ ਕੀਤਾ, ਪਾਪ ਤੋਂ ਮੌਤ ਆਈ, ਔਰ ਇਹ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ ਹੈ। ਰੋਮੀਆਂ 5:12 ਵਿੱਚ ਸਪਸ਼ਟ ਲਿਖਿਆ ਹੈ। ਪਰ ਉਹ ਕਹਿੰਦਾ ਹੈ ਕਿ ਜੇ ਇੱਕ ਮਨੁੱਖ ਤੋਂ ਮੌਤ ਆਈ ਹੈ ਤਾਂ ਦੂਸਰੇ ਮਨੁੱਖ ਤੋਂ ਪਰਮੇਸ਼ਰ ਦੀ ਕਿਰਪਾ ਵੀ ਆਈ ਹੈ, ਜਿਸ ਤੋਂ ਮੈਂ ਬਚਾਇਆ ਗਿਆ। ਮਸੀਹ ਦਾ ਪ੍ਰੇਮ, ਜਿਸ ਨੇ ਮੈਨੂੰ ਬਚਾਇਆ, ਜਿਸ ਨੇ ਮੈਨੂੰ ਮੌਤ ਤੋਂ ਛੁਡਾਇਆ। ਪਹਿਲਾ ਪਤਰਸ 4:2 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ, ਜੋ ਹਿਦਾਇਤ ਪਰਮੇਸ਼ਰ ਨੇ ਪੌਲਸ ਦੇ ਰਾਹੀਂ ਦੂਸਰਾ ਤਿਮੋਥੀਅਸ 5:15 ਦੇ ਵਿੱਚ ਦੂਸਰਾ ਕਰੰਥੀਆਂ 5:15 ਵਿੱਚ ਦਿੱਤੀ ਸੀ, ਉਹ ਸਪਸ਼ਟ ਰੀਤੀ ਨਾਲ ਮੇਰੇ ਜੀਵਨ ਦੇ ਵਿੱਚ ਲਾਗੂ ਹੁੰਦੀ ਹੈ। ਔਰ ਉਹਦੇ ਲਈ ਪਹਿਲਾ ਪਤਰਸ 4:2 ਦੇ ਵਿੱਚ ਪਰਮੇਸ਼ਰ ਦਾ ਦਾਸ
ਇਹ ਕਹਿ ਰਿਹਾ ਹੈ, ਕਹਿੰਦਾ ਹੈ ਭਾਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀ ਕਾਮਨਾ ਦੇ ਅਨੁਸਾਰ ਨਹੀਂ ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ। ਬਾਕੀ ਦੀ ਉਮਰ ਕੱਟੋ ਕਿੱਦਾਂ? ਪ੍ਰੇਮ ਦੇ ਨਾਲ, ਪਿਆਰ ਦੇ ਨਾਲ। ਪਰਮੇਸ਼ਰ ਇਹ ਚਾਹੁੰਦਾ ਹੈ, ਔਰ ਜਿਹੜਾ ਪਰਮੇਸ਼ਰ ਇਹ ਚਾਹੁੰਦਾ ਹੈ ਉਹ ਰੋਮੀਆਂ 14 ਦੇ 7 ਦੇ ਵਿੱਚ ਮੇਰੇ ਨਾਲ ਗੱਲ ਕਰ ਰਿਹਾ ਹੈ। ਉਹ ਮੈਂ ਆਪ ਦੇ ਨਾਲ ਪੜ੍ਹ ਕੇ ਸਮਾਪਤ ਕਰਾਂਗਾ। ਰੋਮੀਆਂ 14 ਦਾ 7 ਇੱਥੇ ਸਾਫ਼ ਤੌਰ ਤੇ ਲਿਖਿਆ ਹੈ, ਕਹਿੰਦਾ ਹੈ ਸਾਡੇ ਵਿੱਚੋਂ ਤਾਂ ਕੋਈ ਆਪਣੇ ਲਈ ਨਹੀਂ ਜਿਉਂਦਾ, ਨਾ ਕੋਈ ਆਪਣੇ ਲਈ ਮਰਦਾ ਹੈ। ਪਰ 10 ਆਇਤ ਦੇ ਵਿੱਚ ਉਹ ਕਹਿੰਦਾ ਹੈ 9 ਦੇ ਵਿੱਚ ਕਿਉਂ ਜੋ ਇਸੇ ਕਾਰਨ ਮਸੀਹ ਮੋਇਆ ਤੇ ਫੇਰ ਜੀ ਪਿਆ, ਭਾਈ ਮੁਰਦਿਆਂ ਦਾ ਨਾਲੇ ਜਿਉਂਦਿਆਂ ਦਾ ਪ੍ਰਭੂ ਹੋਵੇ। ਮੁਰਦਿਆਂ ਦਾ ਅਤੇ ਜਿਉਂਦਿਆਂ ਦਾ ਪ੍ਰਭੂ ਹੋਵੇ। ਉਹ ਪ੍ਰਭੂ ਜਿਸ ਨੇ ਮੇਰੇ ਲਈ ਆਪਣੀ ਜਾਨ ਦੇ ਕੇ ਮੈਨੂੰ ਮੁੱਲ ਖਰੀਦ ਲਿਆ। ਉਹ ਪ੍ਰਭੂ ਜਿਸ ਨੇ ਮੇਰੇ ਨਾਲ ਆਪਣਾ ਪਿਆਰ ਕਲਵਰੀ ਕਰੂਸ ਦੇ ਉੱਤੇ ਜਾਨ ਦੇ ਕੇ ਪ੍ਰਗਟ ਕੀਤਾ, ਕਿ ਉਸ ਪ੍ਰਭੂ ਦੇ ਲਈ ਮੈਂ ਉਸ ਦੀ ਖੁਸ਼ਖਬਰੀ ਨੂੰ ਸੁਣਾ ਕੇ ਮਸੀਹ ਦੇ ਪਿਆਰ ਨੂੰ ਆਪਣੇ ਇਸ ਦੇਹ ਦੇ ਵਿੱਚ ਪ੍ਰਗਟ ਨਾ ਕਰਾਂ। ਮੇਰਾ ਅਤੇ ਆਪ ਦਾ ਰਿਣ ਹੈ ਕਿ ਇਸ ਦੇਹ ਦੇ ਵਿੱਚ ਮੈਂ ਮਸੀਹ ਦੇ ਪ੍ਰੇਮ ਨੂੰ ਮੌਤ ਤਾਈਂ ਫੈਲਾਉਂਦਾ ਰਹਾ, ਤਾਂ ਕਿ ਜਦੋਂ ਮੇਰਾ ਪ੍ਰਭੂ ਆਵੇ ਤਾਂ ਮੇਰੇ ਇਸ ਕਾਰਜ ਦੇ ਪ੍ਰਤੀਫਲ ਨੂੰ ਮੇਰੇ ਜੀਵਨ ਦੇ ਵਿੱਚ ਦੇਵੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ।